वाहिगुरु साहिब जी। तू सुल्तान कहाँ हो मियाँ, तेरी कवन वडाई। जो तू देहें सो कहाँ स्वामी, मैं मूरख कहन न जाई। मैं मूरख की केतक बात है, कोट पराधी तरियारे। गुर नानक जिन सुनिया पेखिया, से फिर गर्भास न भरिया रे। सतनाम धन वाहिगुरु साहिब जी। बिलावल विद्या न परूं, बाद नहीं जानूं। हर गुण कथत सुनत बोरानो। विद्या न परूं, बाद नहीं जानूं। हर गुण कथत सुनत बोरानो। मेरे बाबा मैं बोरा, सब खलक सयानी। मैं बोरा मैं बिगड़ियो, बिगड़े मत ओरा रहाओ। आप न बोरा राम कियो बोरा, सतगुर जार गयो ब्रह्म मोरा। मैं बिगड़े अपनी मत खोई, मेरे परम भूलो मत कोई। सो बोरा जो आप न पछाने, आप पछाने ता एक जाने। अब है न माता सो कबहो न माता, कह कबीर राम रंग राता। अब है न माता सो कबहो न माता, कह कबीर राम रंग राता। वाहिगुरु जी का खालसा, वाहिगुरु जी की फतेह। जुगों जुग अटल शब्द गुरु बाणी के बोहित। धन धन श्री गुरु ग्रंथ साहब महाराज जी की पावन हजूरी विच जुड़ बैठे सतसंगी जनों, सतगुਰਾਂ ने पार कृपा की। भगतां ने जो उपदेश साडी झोली च पाया, इस उपदेश की विचार इस स्थान ते आरंभ की हुई है। विचार अधीन अज दा पावन शब्द बिलावल राग दे विच भगतां दी बाणी दा दूजा शब्द है। भगत कबीर साहब जी ने इस पावन शब्द नूं उचारण किया है। इस शब्द दे विच जिहड़ी मूल विचार है वो ये है कि लोग मैनू कमला आखदे हन।
ਆਓ ਕਿ ਲੋਕਾਂ ਦੇ ਭਾਣੇ ਮੈਂ ਕਮਲਾ ਹਾਂ, ਚੱਲਾ ਹਾਂ, ਪਾਗਲ ਹਾਂ। ਤੇ ਲੋਕ ਮੈਨੂੰ ਇਹ ਵੀ ਕਹਿੰਦੇ ਨੇ ਕਿ ਕਬੀਰ ਕੁਰਾਏ ਪੈ ਗਿਆ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਕਬੀਰ ਕੁਰਾਏ ਪੈ ਗਿਆ ਹੈ ਤਾਂ ਤੁਸੀਂ ਮੇਰੇ ਵਾਲਾ ਰਸਤਾ ਜਿਹੜਾ ਬੰਦਗੀ ਵਾਲਾ ਹੈ, ਸਿਮਰਨ ਵਾਲਾ ਹੈ, ਉਹ ਨਾ ਅਪਣਾਓ। ਔਰ ਅਸਲ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਮੈਂ ਕਮਲਾ ਹਾਂ ਤਾਂ ਮੈਨੂੰ ਮੇਰੇ ਪ੍ਰਭੂ ਨੇ ਮੈਨੂੰ ਕਮਲਾ ਕੀਤਾ ਹੋਇਆ। ਵੈਸੇ ਇਹ ਵੀ ਕਹਿ ਦਿੱਤਾ ਭਗਤ ਕਬੀਰ ਸਾਹਿਬ ਨੇ, ਅਸਲ ਵਿੱਚ ਸੰਸਾਰ 'ਚ ਕਮਲਾ ਉਹ ਇਨਸਾਨ ਹੈ, ਝੱਲਾ ਉਹ ਹੈ, ਪਾਗਲ ਉਹ ਹੈ ਜਿਹੜਾ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਆਪਣੇ ਅਸਲੇ ਦੀ ਪਹਿਚਾਣ ਨਹੀਂ ਕਰਦਾ। ਆਓ ਪਾਵਨ ਸ਼ਬਦ ਰਾਹੀਂ ਜੋ ਵਿਚਾਰਾਂ ਸਾਡੇ ਸਨਮੁਖ ਰੱਖੀਆਂ ਹਨ, ਪਿਆਰ ਨਾਲ ਸਾਹਿਬਾਂ ਦੀ ਅਸੀਸ ਲਓ, ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਆਖਣ ਲੱਗੇ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਬਾਬਾ ਮੈਂ ਬੋਰਾ। ਬਾਬਾ ਅਰਥ ਜਿਹੜਾ ਹੈ ਉਹ ਸੱਜਣ ਮਿੱਤਰ ਵਾਸਤੇ ਹੈ ਕਿ ਇਹ ਮੇਰੇ ਸੱਜਣ ਮਿੱਤਰ ਕਹਿੰਦੇ ਲੋਕਾਂ ਦੀ ਨਜ਼ਰ ਵਿੱਚ, ਲੋਕਾਂ ਦੇ ਭਾਣੇ ਮੈਂ ਕਮਲਾ ਹਾਂ। ਭਾਵ ਕਿ ਇਸ ਤਰ੍ਹਾਂ ਦੀ ਵਿਚਾਰ ਰੱਖ ਰਹੇ ਹਨ ਜਿਵੇਂ ਕੋਈ ਦੋ ਮਿੱਤਰ ਬੈਠੇ ਹੋਣ, ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲ ਸਾਂਝੀ ਕਰ ਰਹੇ ਹੋਣ। ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਗੱਲ ਸਾਂਝੀ ਕਰਦਿਆਂ ਕਿ ਹੇ ਬਾਬਾ, ਹੇ ਮੇਰੇ ਸੱਜਣ ਮਿੱਤਰ, ਸੁਣ ਮੇਰੀ ਗੱਲ ਕਿ ਲੋਕ ਜਿਹੜੇ ਨੇ ਜੋ ਤੁਸੀਂ ਦੇਖਦੇ ਹੋ ਸੰਸਾਰ ਦੇ ਲੋਕ, ਇਹ ਮੈਨੂੰ ਭਰਾ ਸਾਰੇ ਕਮਲਾ ਕਹਿੰਦੇ ਹਨ, ਝੱਲਾ ਕਹਿੰਦੇ ਹਨ। ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ। ਆਖਣ ਲੱਗੇ ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ, ਮੈਂ ਬੋਰਾ। ਆਓ ਕਿ ਸਾਰੇ ਲੋਕ ਸਿਆਣੇ ਹਨ, ਸਮਝਦਾਰ ਹਨ, ਪਰ ਲੋਕਾਂ ਦੇ ਭਾਣੇ ਵਿੱਚ ਮੈਂ ਕਮਲਾ ਹਾਂ। ਤੇ ਕਬੀਰ ਸਾਹਿਬ ਕਹਿੰਦੇ ਮੈਂ ਗੱਲ ਮੰਨਦਾ ਹਾਂ, ਹੇ ਮੇਰੇ ਮਿੱਤਰ ਮੈਂ ਕਮਲਾ ਹਾਂ, ਪਰ ਨਾਲ ਕਹਿਣ ਲੱਗੇ ਮੈਂ ਬਿਗੜਿਓ ਬਿਗੜੈ ਮਤ ਓਰਾ, ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ 'ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ ਤੇ ਮੈਂ ਵਿਗੜ ਗਿਆ ਹਾਂ। ਭਾਵ ਕਿ ਲੋਕਾਂ ਦੇ ਖਿਆਲ ਦੇ ਵਿੱਚ ਮੈਂ ਕੁਰਾਏ ਪੈ ਗਿਆ ਹਾਂ। ਵਿਗੜ ਜਾਣਾ ਭਾਵ ਕੁਰਾਏ ਪੈ ਜਾਣਾ, ਵੀ ਕਬੀਰ ਕਿਹੜੇ ਪਾਸੇ ਤੁਰ ਪਿਆ। ਕਿਉਂਕਿ ਭਗਤ ਕਬੀਰ ਸਾਹਿਬ ਨਾ ਜਨੇਊ ਪਾਉਂਦੇ ਸਨ, ਨਾ ਗੰਗਾ ਦਾ ਇਸ਼ਨਾਨ ਕਰਦੇ ਸਨ, ਨਾ ਉਹਨਾਂ ਦੀ ਜ਼ਿੰਦਗੀ ਵਿੱਚ ਤਿਲਕ ਦੇ ਵਾਸਤੇ ਕੋਈ ਬਹਾਨਤਾ ਸੀ। ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਹੀ ਖੰਡਨ ਕੀਤਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਣਾ ਜਾਣਾ। ਉਹਨਾਂ ਨੇ ਇਸ਼ਨਾਨ ਦਾ ਵੀ ਖੰਡਨ ਕੀਤਾ। ਅੰਤਰ ਮੈਲ ਜੇ ਤੀਰਥ ਨਾਮ ਹੈ, ਤਿਸ ਵੈਕੁੰਠ ਨ ਜਾਣਾ, ਲੋਗ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਹਿਆਨਾ। ਪਰਮਾਤਮਾ ਅਣਜਾਣ ਨਹੀਂ ਹੈ। ਉਹਨਾਂ ਨੇ ਉਹਨਾਂ ਲੋਕਾਂ ਦਾ ਵੀ ਖੰਡਨ ਕੀਤਾ ਜਿਹੜੇ ਲੋਕ ਆਪਣੇ ਆਪ ਨੂੰ ਸੰਤ ਅਖਵਾਉਂਦੇ ਸਨ। ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਓਏ ਹਰ ਕੇ ਸੰਤ ਨਾ ਆਖੀਏ, ਬਾਨਾ ਰਸ ਕੇ ਠੱਗ। ਹੁਣ ਜਦੋਂ ਇੱਕ ਬੰਦਾ ਸੱਚ ਬੋਲੇ ਔਰ ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲਦੇ ਹੋਏ ਪਰਮਾਤਮਾ ਦੀ ਸਿਫਤ ਸਲਾਹ ਕਰੇ, ਹੁਣ ਜਿਹੜੇ ਲੋਕ ਕਰਮ ਕਾਂਡੀ ਜੀਵਨ ਜੀਂਦੇ ਨੇ ਉਹਨਾਂ ਦੇ ਵਾਸਤੇ ਭਗਤ ਕਬੀਰ ਸਾਹਿਬ ਕੁਰਾਏ ਪੈ ਗਏ ਹਨ। ਔਰ ਇਹ ਕਬੀਰ ਸਾਹਿਬ ਨੂੰ ਹੀ ਨਹੀਂ, ਅਸੀਂ ਦੇਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਲੋਕਾਂ ਨੇ ਕਿਹਾ ਸੀ। ਔਰ ਤਾਂ ਹੀ ਬਾਬਾ ਨਾਨਕ ਨੇ ਵੀ ਆਖਿਆ, ਕਹਿੰਦੇ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਕਿਸ ਪਾਸੇ ਤੁਰ ਪਿਆ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਭਇਆ ਦੀਵਾਨਾ ਸਾਕਾ ਨਾਨਕ ਬੋਰਾਨਾ। ਮਹਾਰਾਜ ਕਹਿੰਦੇ ਕੋਈ ਮੈਨੂੰ ਭੂਤਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਪਰ ਮੈਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ ਹਾਂ, ਮੈਂ ਤਾਂ ਦੀਵਾਨਾ ਬਣ ਗਿਆ ਪਰਮੇਸ਼ਰ ਦਾ। ਇਸ ਤਰ੍ਹਾਂ ਜਦੋਂ ਕੋਈ ਸਮਾਜ ਦੇ ਵਿੱਚ ਰਹਿੰਦੇ ਹੋਏ ਸੱਚ ਦੀ ਵਿਚਾਰ ਪ੍ਰਗਟ ਕਰਦਾ ਹੈ ਤੇ ਇਹ ਗੱਲਾਂ ਸੱਚ ਜਾਣਨਾ ਧਾਰਮਿਕ ਕਰਮਕਾਂਡੀ ਲੋਕਾਂ ਨੂੰ ਹਜ਼ਮ ਨਹੀਂ ਹੁੰਦੀਆਂ। ਅੱਜ ਵੀ ਕੋਈ ਜੇ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਨੂੰ ਰੱਖਿਆ ਜਾਏ ਨਾ ਤੇ ਅਕਾਲ ਤਖਤ ਉਸ ਦੇ ਉਲਟ ਹੋ ਜਾਂਦਾ ਹੈ, ਪੁਜਾਰੀਵਾਦ ਸਾਰਾ ਉਸ ਤੋਂ ਉਲਟ ਹੋ ਜਾਂਦਾ ਹੈ, ਕਿਉਂਕਿ ਸੱਚ ਲੋਕਾਂ ਨੂੰ ਚੁਭਦਾ ਹੈ।
ਕਿਉਂ ਗੁਰੂ ਗ੍ਰੰਥ ਸਾਹਿਬ ਦਾ ਸੱਚ ਕੁਝ ਹੋਰ ਹੈ, ਅਸੀਂ ਪ੍ਰਗਟ ਕੁਝ ਹੋਰ ਕਰ ਰਹੇ। ਅਸੀਂ ਤਾਂ ਗੁਰੂ ਸਾਹਿਬ ਦੀ ਜਿਹੜੀ ਪ੍ਰਕਿਰਿਆ ਹੈ, ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ, ਉਸਨੂੰ ਇੱਕ ਕਰਮ ਕਾਂਡ ਦੇ ਵਿੱਚ ਪਾ ਕੇ ਪਰੋਸਣਾ ਚਾਹੁੰਦੇ। ਕਿਤੇ ਕਹਿੰਦੇ ਕਿ ਉੱਥੇ ਚਮਤਕਾਰ ਹੋ ਗਿਆ, ਉੱਥੇ ਘਟਨਾ ਵਾਪਰ ਗਈ। ਅਸੀਂ ਜੋ ਗੁਰੂ ਘਰਾਂ ਨੂੰ ਚਮਤਕਾਰਾਂ ਦੇ ਨਾਲ ਜੋੜ ਕੇ ਪ੍ਰਗਟ ਕਰਨਾ ਚਾਹੁੰਦੇ। ਇਹ ਗੱਲ ਯਾਦ ਰੱਖਿਓ, ਮਾਲਕ ਦੀ ਖੇਡ ਵਿੱਚ ਸਾਰੀਆਂ ਚੀਜ਼ਾਂ ਆਪੇ ਵਰਤ ਰਹੀਆਂ ਨੇ, ਪਰ ਅਸੀਂ ਗੁਰਦੁਆਰਿਆਂ ਨੂੰ ਬਿਜ਼ਨਸ ਦਾ ਅੱਡਾ ਬਣਾ ਕੇ ਨਾ ਉਹਨਾਂ ਨੂੰ ਚਮਤਕਾਰਾਂ ਦੇ ਰੂਪ ਵਿੱਚ ਪੇਸ਼ ਕਰਕੇ ਲੋਕਾਂ ਦੇ ਕੋਲੋਂ ਚੰਗਾ ਧਨ ਇਕੱਠਾ ਕਰਨਾ ਚਾਹੁੰਦੇ। ਗੁਰਮਤ ਦਾ ਇਰਾਦਾ ਇਹ ਨਹੀਂ ਸੀ, ਗੁਰੂ ਵਿਚਾਰਧਾਰਾ ਇਹ ਨਹੀਂ ਸੀ, ਗੁਰੂ ਪਰੰਪਰਾ ਇਹ ਨਹੀਂ ਸੀ ਕਿ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ ਜਾਏ। ਸਗੋਂ ਸਮਾਜ ਦੀ ਸੇਵਾ, ਸੰਸਾਰ ਦੇ ਲੋਕਾਂ ਨੂੰ ਜਾਗਰਿਤ ਕਰਨਾ, ਇਹ ਵਿਚਾਰਧਾਰਾ ਰਹੀ ਹੈ ਭਗਤਾਂ ਦੀ, ਇਹ ਵਿਚਾਰਧਾਰਾ ਰਹੀ ਹੈ ਗੁਰੂ ਸਾਹਿਬਾਨਾਂ ਦੀ। ਹੁਣ ਜਦੋਂ ਭਗਤ ਕਬੀਰ ਸਾਹਿਬ ਨੇ ਇਹ ਸੱਚੇ ਬਚਨ ਆਖੇ ਤੇ ਜਿਹੜੀ ਮੰਡਲੀ, ਜਿਹੜੇ ਧਾਰਮਿਕ ਲੋਕ ਕਰਮਕਾਂਡੀ ਜੀਵਨ ਜੀ ਰਹੇ ਨੇ, ਜਿਹੜੇ ਜੋ ਮੱਥੇ ਤੇ ਤਿਲਕ ਦੀ ਮਹਾਨਤਾ ਨੂੰ ਬੜਾ ਦਰਸਾਉਂਦੇ ਨੇ ਤੇ ਹੋਰ ਕਰਮਕਾਂਡੀ ਜੀਵਨ ਵਿੱਚ ਪ੍ਰਵਿਰਤ ਨੇ, ਤੇ ਉਹਨਾਂ ਨੂੰ ਭਗਤ ਕਬੀਰ ਸਾਹਿਬ ਚੰਗਾ ਕਿਵੇਂ ਲੱਗ ਸਕਦਾ? ਨਹੀਂ ਲੱਗ ਸਕਦੇ ਕਬੀਰ ਸਾਹਿਬ ਚੰਗੇ। ਉਹਨਾਂ ਨੂੰ ਪ੍ਰਵਾਨ ਨਹੀਂ ਹਨ ਕਬੀਰ ਸਾਹਿਬ। ਇਸ ਕਰਕੇ ਲੋਕ ਕਬੀਰ ਸਾਹਿਬ ਨੂੰ ਕਮਲਾ ਕਹਿ ਰਹੇ ਨੇ, ਝੱਲਾ ਕਹਿ ਰਹੇ ਨੇ, ਔਰ ਆਖਰ ਨੇ ਭਗਤ ਕਬੀਰ ਸਾਹਿਬ ਦਾ ਕੁਰਾਹੇ ਪੈ ਗਿਆ। ਇਸ ਨੇ ਤਾਂ ਧਾਰਮਿਕ ਰਸਤਾ ਹੀ ਛੱਡ ਦਿੱਤਾ। ਕਿਉਂਕਿ ਸਾਡੇ ਵਾਸਤੇ ਵੀ, ਮੈਨੂੰ ਮਾਫ ਕਰ ਦੇਣਾ, ਅੱਜ ਧਾਰਮਿਕ ਰਸਤਾ ਇਹ ਹੈ ਕਿ ਜੋ ਅਸੀਂ ਇੱਕ ਬਾਲ ਲਿਕਰਿਆ ਨਾਲ ਵੱਜੇ ਹੋਏ ਉਹਨੂੰ ਹੀ ਸਿਰਫ ਅਸੀਂ ਧਰਮ ਸਮਝਦੇ ਹਾਂ। ਕਿ ਕਿਸੇ ਬੰਦੇ ਨੇ ਕਿਰਪਾਨ ਪਾਈ ਹੋਵੇ ਔਰ 5 ਕਕਾਰੀ ਵਰਦੀ ਸਜਾਈ ਹੋਵੇ, ਹੋਣੀ ਚਾਹੀਦੀ ਹੈ, ਧਰਮ ਦਾ ਅੰਗ ਹੈ। ਪਰ ਜੇ ਅੰਦਰ ਧਰਮ ਨਹੀਂ ਤੇ ਇਹ ਬਾਹਰ ਕੀਤਾ ਹੋਇਆ ਸ਼ਿੰਗਾਰ 5 ਕਕਾਰੀ ਵਰਦੀ ਵੀ ਕਰਮਕਾਂਡ ਦਾ ਹੀ ਰੂਪ ਹੈ। ਮਾਫ ਕਰ ਦੇਣਾ। ਅੱਜ ਅਸੀਂ ਦੇਖ ਰਹੇ ਕਿ ਬਹੁਤੇ ਲੋਕਾਂ ਦੇ ਵਿੱਚ ਸਿੱਖੀ ਦੇ ਘਾਣ ਦਾ ਕਾਰਨ ਸਾਡੇ ਬਾਬੇ ਬਣੇ, ਜਿਨ੍ਹਾਂ ਨੇ ਕਹਿ ਦਿੱਤਾ ਜੇ ਕੜਾ ਲਾ ਦਿੱਤਾ ਤਾਂ ਤੁਸੀਂ ਜੋ ਸਿੱਖੀ ਵਿੱਚੋਂ ਖਾਰਿਜ। ਹੁਣ ਕੋਈ ਬੱਚਾ ਖੇਡਣਾ ਚਾਹੁੰਦਾ ਹੈ, ਕਬੱਡੀ ਖੇਡਣਾ ਚਾਹੁੰਦਾ ਹੈ, ਕ੍ਰਿਕਟ ਜਾਣਾ ਚਾਹੁੰਦਾ ਹੈ, ਕੋਈ ਹੋਰ ਮੈਚ ਖੇਡਣਾ ਚਾਹੁੰਦਾ, ਕੁਸ਼ਤੀ ਕਰਨਾ ਚਾਹੁੰਦਾ ਹੈ, ਤੇ ਉੱਥੇ ਜੋ ਉਹਦੇ ਇਜਾਜ਼ਤ ਨਹੀਂ ਹੈ, ਤੇ ਅੰਮ੍ਰਿਤਧਾਰੀ ਬੱਚਾ ਉੱਥੇ ਜਾ ਕੇ ਕਿਵੇਂ ਕੀ ਕਰੇ? ਮੈਂ ਜਦੋਂ ਰੋਪੜ ਵਿਚਰਦਾ ਸੀ, ਪਿੰਡਾਂ ਵਿੱਚ ਪ੍ਰਚਾਰ ਕਰਦਾ ਸੀ, ਤੇ ਮੇਰੇ ਸਾਹਮਣੇ ਇਹ ਬਹੁਤ ਵਾਰੀ ਸਵਾਲ ਆਉਂਦਾ ਸੀ ਵੀ ਕੀ ਕਰੀਏ। ਪਰ ਸਾਡੇ ਜਿਹੜੇ ਕੱਟੜਪੰਥੀ ਲੋਕ ਨੇ, ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਕਿ ਉਹ ਬੱਚਾ ਖੇਡ ਹੀ ਨਹੀਂ ਸਕਦਾ ਜੇ ਤੂੰ ਸਿੱਖ ਹੈ। ਤੇ ਇਸ ਦਾ ਅਰਥ ਪਤਿਤ ਕਰਾਉਣ ਵਿੱਚ ਵੀ ਸਾਡਾ ਹੱਥ ਹੈ। ਜੇ ਉਸ ਨੂੰ ਕਿਹਾ ਜਾਏ ਕਿ ਜੇ ਇਸ ਤਰ੍ਹਾਂ ਦੀ ਗੱਲ ਹੈ, ਤੂੰ ਖੇਡਣ ਵਾਸਤੇ ਜਾਵੇਂ, ਤੇ ਜਿਹੜਾ ਕੜਾ ਹੈ ਜੇ ਉਹ ਕਹਿੰਦੇ ਨੇ ਤੇ ਉਸ ਵੇਲੇ ਅਰਦਾਸ ਕਰਕੇ ਉਤਾਰ ਕੇ ਆਪਣੇ ਕੋਲ ਰੱਖਣੇ, ਤੇ ਜਦੋਂ ਖੇਡਣ ਤੋਂ ਬਾਅਦ ਫਿਰ ਗੁਰੂ ਕਾ ਕਕਾਰ ਧਾਰਨ ਕਰ ਲਈ। ਕੋਈ ਇੱਦਾਂ ਦਾ ਸਿਸਟਮ, ਇੱਦਾਂ ਦੀ ਮਰਿਆਦਾ ਸਾਡੇ ਬੱਚਿਆਂ ਨੂੰ ਦ੍ਰਿੜ ਕਰਾਈ ਜਾਂਦੀ। ਮੇਨ ਚੀਜ਼ਾਂ ਤੋਂ ਵਰਜਿਆ ਜਾਂਦਾ ਵੀ ਨਸ਼ਾ ਕੋਈ ਨਹੀਂ ਕਰਨਾ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਿਹੜੀ ਮੇਨ ਚੀਜ਼ਾਂ ਸਨ। ਪਰ ਅਸੀਂ ਜੋ ਉਸ ਦੇ ਚੱਕਰ ਵਿੱਚ ਲੋਕਾਂ ਨੂੰ ਪਤਿਤ ਹੀ ਕਰ ਛੱਡਿਆ। ਇਹ ਸੱਚਾਈ ਹੈ ਇੱਕ ਗਰਾਊਂਡ 'ਤੇ ਜਾ ਕੇ, ਕਿਉਂਕਿ ਦਾਸ ਨੇ ਕੰਮ ਕੀਤਾ ਔਰ ਇਹ ਸੱਚਾਈ ਮੇਰੇ ਸਾਹਮਣੇ ਹੈ ਤਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਹੁਣ ਮੇਰੇ ਵਰਗਾ ਬੰਦਾ ਜੇ ਕੋਈ ਆਖੇ, ਤੇ ਉੱਥੇ ਪਿੰਡ ਦੇ ਗ੍ਰੰਥੀ ਸਿੰਘ ਹੋਣਗੇ, ਉੱਥੇ ਪਿੰਡ ਦੇ ਲੋਕ ਹੋਣਗੇ, 4 ਬਜ਼ੁਰਗ ਬੈਠੇ ਹੋਣਗੇ, ਲੈ ਕੱਲ੍ਹ ਜੰਮਿਆ ਤੇ ਸਾਨੂੰ ਸਿਖਾਉਂਦਾ ਗੱਲਾਂ ਕਥਾ ਕਰਕੇ, ਸਾਨੂੰ ਸਮਝਾਉਂਦਾ। ਧਰਮ ਤਾਂ ਇਹ ਕਹਿੰਦਾ ਹੀ ਨਹੀਂ। ਗੁਰੂ ਨਾਨਕ ਦਾ ਧਰਮ ਇਤਨਾ ਔਖਾ ਨਹੀਂ ਸੀ ਜਿੰਨਾ ਅਸੀਂ ਬਣਾ ਕੇ ਪੇਸ਼ ਕਰ ਰਹੇ ਹਾਂ। ਗੁਰੂ ਨਾਨਕ ਦਾ ਧਰਮ ਪਿਆਰ ਦਾ ਧਰਮ ਹੈ। ਗੁਰੂ ਨਾਨਕ ਦਾ ਧਰਮ ਸਭ ਨੂੰ ਗਲਵੱਕੜੀ ਵਿੱਚ ਲੈਣ ਦਾ ਧਰਮ ਹੈ। ਪਰ ਅਸੀਂ ਉਸ ਮਰਿਆਦਾ ਨੂੰ, ਉਸ ਧਰਮ ਨੂੰ ਕੇਵਲ ਇੱਕ ਬੰਧਨ ਦੇ ਵਿੱਚ ਪਾ ਦਿੱਤਾ, ਇੱਕ ਬੰਧਨ ਬਣਾ ਦਿੱਤਾ। ਹਾਂ, ਬਿਨਾਂ ਕਾਰਨ ਤੇ ਕਕਾਰ ਸਾਨੂੰ ਆਪਣੇ ਸਰੀਰ ਤੋਂ ਕਦੀ ਜੁਦਾ ਨਹੀਂ ਕਰਨੇ ਚਾਹੀਦੇ। ਕਿਉਂਕਿ ਇਹ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ 5 ਕਕਾਰ ਸਿੱਖ ਦੀ ਪਹਿਚਾਨ ਅਤੇ ਸਿੱਖ ਦੀ ਗੁਰੂ ਦੇ ਦਰ 'ਤੇ ਪ੍ਰਵਾਨਗੀ ਦੀ ਨਿਸ਼ਾਨੀ ਹੈ। ਵੀ ਆਪਾਂ ਪਹਿਚਾਣ ਵੀ ਇਹਨਾਂ ਦੇ ਰਾਹੀਂ ਹੈ ਤੇ ਗੁਰੂ ਦੇ ਦਰ 'ਤੇ ਪ੍ਰਵਾਨਗੀ ਵੀ ਇਹਨਾਂ ਦੇ ਰਾਹੀਂ ਹੈ ਸਾਡੀ। ਪਰ ਅਸੀਂ ਕਈ ਚੀਜ਼ਾਂ ਨੂੰ ਇਸ ਢੰਗ ਦੇ ਨਾਲ ਪ੍ਰਚਾਰਦੇ ਹਾਂ ਕਿ ਜਿੱਥੇ ਕਿ ਸੱਚ ਪਾਸੇ ਰਹਿ ਜਾਂਦਾ ਹੈ ਔਰ ਬਾਹਰਲਾ ਕਰਮਕਾਂਡ ਜਿਹੜਾ ਉਹ ਪ੍ਰਬਲ ਹੋ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਉਸ ਵੇਲੇ ਜਿਹੜੇ ਕਰਮਕਾਂਡੀ ਲੋਕ ਸਨ, ਜਦੋਂ ਧਰਮ ਦੀ ਸੱਚਾਈ ਨੂੰ ਪ੍ਰਚਾਰਿਆ ਵੀ ਲੋੜ ਤਾਂ ਭਗਤੀ ਦੀ ਹੈ, ਸ਼ੁਭ ਕਰਮਾਂ ਦੀ ਹੈ, ਸਮਾਜ ਨੂੰ ਸਾਰਿਆਂ ਨੂੰ ਗਲਵੱਕੜੀ ਵਿੱਚ ਲੈਣ ਦੀ ਹੈ, ਛੂਤ ਛਾਤ ਵਿੱਚ ਪਾਉਣ ਦੀ ਲੋੜ ਨਹੀਂ, ਕਰਮਕਾਂਡਾਂ ਵਿੱਚ ਪਾਉਣ ਦੀ ਲੋੜ ਨਹੀਂ। ਤੇ ਲੋਕਾਂ ਨੇ ਕਹਿ ਦਿੱਤਾ ਇਹ ਤੇ ਕੁਰਾਹੇ ਪੈ ਗਿਆ ਵੀ ਇਹ ਤਿਲਕ ਦਾ ਖੰਡਨ ਕਰਦਾ, ਇਹ ਜਨੇਊ ਦਾ ਖੰਡਨ ਕਰਦਾ ਹੈ ਕਬੀਰ ਸਾਹਿਬ, ਤੇ ਇਹ ਹੋਰ ਕੰਮਾਂ ਦਾ ਖੰਡਨ ਕਰਦਾ। ਲੋਕਾਂ ਵਾਸਤੇ ਕਬੀਰ ਸਾਹਿਬ ਕੀ ਨੇ? ਹੁਣ ਕੁਰਾਹੇ ਨੇ। ਤਾਂ ਭਗਤ ਕਬੀਰ ਸਾਹਿਬ ਕਬੂਲ ਕਰ ਰਹੇ ਨੇ, ਕਹਿਣ ਲੱਗੇ ਮੈਂ ਵਿਗੜਿਓ,
ਭਗਤ ਕਬੀਰ ਸਾਹਿਬ ਕਹਿੰਦੇ ਕਿ ਮੈਂ ਵਿਗੜ ਗਿਆ ਹਾਂ। ਕਹਿੰਦੇ ਵਿਗੜੈ ਮਤ ਓਰਾ, ਆਖਣ ਲੱਗੇ ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ 'ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ, ਪਰ ਲੋਕ ਆਪਣਾ ਧਿਆਨ ਰੱਖਣ ਵੀ ਕਿਤੇ ਐਸਾ ਨਾ ਹੋਵੇ ਇਸ ਕੁਰਾਹੇ ਰਾਹ 'ਤੇ ਕੋਈ ਹੋਰ ਨਾ ਪਏ। ਮੈਂ ਤਾਂ ਕੁਰਾਹੇ ਪੈ ਗਿਆ ਵੀ ਤੁਸੀਂ ਨਾ ਪਾਓ, ਮੈਂ ਤੁਹਾਨੂੰ ਥੋੜ੍ਹੀ ਕਹਿਣਾ। ਇੱਕ ਹੋਰ ਬਚਨ ਗੋੜੀ ਰਾਗ 'ਚ ਕਬੀਰ ਸਾਹਿਬ ਨੇ ਕੀਤਾ, ਕਹਿੰਦੇ ਹਮ ਅਬ ਤੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਜਿਹੜੀ ਖੋਜ ਮੈਂ ਕੀਤੀ ਹੈ ਧਰਮ ਦੀ, ਉਸ ਖੋਜ ਦੇ ਪਿੱਛੇ ਤੁਸੀਂ ਨਾ ਪਾਓ, ਤੁਸੀਂ ਆਪਣਾ ਮਾਰਗ ਆਪਣਾ ਚੁਣ ਲਓ, ਪਰ ਮੇਰੇ ਪਿੱਛੇ ਕਿਉਂ ਤੁਰਦੇ ਹੋ। ਕਬੀਰ ਸਾਹਿਬ ਨੇ ਤਾਂ ਇੱਥੇ ਤੱਕ ਕਿਹਾ ਸੀ, ਕਹਿੰਦੇ ਨੇ ਜੇ ਮੈਂ ਰੱਬ ਨਾਲ ਜੁੜਿਆ ਹਾਂ ਤੇ ਤੁਹਾਨੂੰ ਕੀ ਚਿੰਤਾ ਹੈ, ਕੀ ਪਰੇਸ਼ਾਨੀ ਹੈ। ਰੱਬ ਨਾਲ ਮੈਂ ਜੁੜਿਆ, ਰੱਬ ਦੀ ਗੱਲ ਮੈਂ ਕਰਦਾ, ਬੰਦਗੀ ਮੈਂ ਕਰਦਾ, ਤੁਹਾਨੂੰ ਕਿਹੜੀ ਗੱਲ ਦੀ ਚਿੰਤਾ ਹੈ। ਕਿਉਂਕਿ ਮੈਂ ਰੱਬ ਦੇ ਬੰਦਗੀ, ਕਿਉਂਕਿ ਸਵੇਲੇ ਦਾ ਜਿਹੜਾ ਮਾਹੌਲ ਹੈ ਨਾ, ਉਹ ਮਾਹੌਲ ਤੋਂ ਹਟ ਕੇ ਕਬੀਰ ਸਾਹਿਬ ਚੱਲ ਰਹੇ ਨੇ। ਉਹ ਮਾਹੌਲ ਸੀ, ਕਹਿੰਦੇ ਜਿਸ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ। ਜਿਨ੍ਹਾਂ ਕਰਮ ਕਾਂਡਾਂ ਵਿੱਚ ਪੰਡਿਤ ਲੱਗੇ ਹੋਏ ਸਨ, ਉਹਨਾਂ ਕਰਮ ਕਾਂਡਾਂ ਨੂੰ ਕਰਨ ਵਾਲੀ ਬੜੀ ਵੱਡੀ ਵਹੀਰ ਸੀ ਪਿੱਛੇ। ਪਰ ਇੱਕ ਔਖਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਕਬੀਰ ਸਾਹਿਬ ਹਟ ਕੇ ਚੱਲ ਰਹੇ ਨੇ, ਪਰ ਜਿਹੜਾ ਧਰਮ ਕਬੀਰ ਸਾਹਿਬ ਦ੍ਰਿੜ ਕਰਾ ਰਹੇ ਨੇ, ਇਹ ਹੈ ਔਖਾ ਕਮਾਉਣਾ। ਕਿਉਂਕਿ ਅਸੀਂ ਲੋਕਾਚਾਰੀ ਹਾਂ, ਲੋਕਾਂ ਵਿੱਚ ਖਚਿਤ ਹੋ ਜਾਂਦੇ ਹਾਂ, ਲੋਕ ਲਾਜ ਕਰਦੇ ਹਾਂ। ਅਸੀਂ ਬਹੁਤਾਤ ਵਿੱਚ ਜਿਹੜਾ ਕੰਮ ਨਹੀਂ ਵੀ ਕਰਨਾ ਚਾਹੁੰਦੇ, ਅਸੀਂ ਲੋਕ ਲਾਜ ਕਰਕੇ ਕਰਦੇ ਹਾਂ, ਜਿਹੜਾ ਧਰਮ ਸਾਨੂੰ ਇਜਾਜ਼ਤ ਨਹੀਂ ਦਿੰਦਾ। ਪਰ ਕਹਿੰਦੇ ਲੋਕ ਲਾਜ ਹੈ, ਲੋਕਾਚਾਰੀ ਹੈ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ, ਅਤੇ ਭਗਤ ਕਬੀਰ ਸਾਹਿਬ ਲੋਕਾਂ ਨੂੰ ਕਹਿ ਰਹੇ ਨੇ, ਭਾਈ ਵੀ ਤੁਸੀਂ ਆਪਣਾ ਆਪਣਾ ਧਿਆਨ ਰੱਖੋ। ਵੀ ਜੀ ਮੈਂ ਵਿਗੜ ਗਿਆ ਹਾਂ, ਮੈਂ ਕੁਰਾਹੇ ਰਾਹ 'ਤੇ ਪੈ ਗਿਆ ਹਾਂ, ਮੈਂ ਤੁਹਾਡੇ ਵਾਸਤੇ ਝੱਲਾ ਹਾਂ, ਮੈਂ ਤਾਂ ਹਾਂ, ਕੋਈ ਗੱਲ ਨਹੀਂ, ਮੈਂ ਕੁਰਾਹੇ ਪਿਆ, ਪਰ ਤੁਸੀਂ ਆਪਣਾ ਧਿਆਨ ਰੱਖੋ। ਕਹਿੰਦੇ ਕੁਰਾਹੇ ਹੋਰ ਕੋਈ ਨਾ ਪਏ, ਪਾਓ ਤੁਸੀਂ ਨਾ ਪੈ ਜਾਇਓ ਕਿਤੇ ਕੁਰਾਹੇ। ਮੈਂ ਤਾਂ ਵਿਗੜ ਗਿਆ ਹਾਂ, ਤੁਸੀਂ ਨਾ ਵਿਗੜ ਜਾਇਓ। ਜਿਹੜਾ ਰਾਹ ਮੈਂ ਅਪਣਾਇਆ ਤੁਸੀਂ ਅਪਣਾਓ ਨਾ, ਕਿਉਂਕਿ ਮੈਂ ਤਾਂ ਪਰਮੇਸ਼ਰ ਦੇ ਨਾਲ ਜੁੜ ਗਿਆ ਹਾਂ। ਕਿਉਂਕਿ ਜਦੋਂ ਬੰਦਾ ਹਮ ਅਬ ਤੈ ਆਪਣੀ ਪਤ ਖੋਈ, ਲੋਕ ਪਤ ਕਿਹਦੀ ਕਰਦੇ, ਜਿਹੜੇ ਲੋਕਾਂ ਦੇ ਮੁਤਾਬਿਕ ਚੱਲਦੇ ਆ। ਤੁਸੀਂ ਅੱਜ ਹੀ ਸੱਚਾ ਗੱਲ ਘਰ ਦੇ ਵਿੱਚ ਕਰਕੇ ਵੇਖ ਲਓ, ਮਾਤਾ ਪਿਤਾ ਰੁੱਸ ਜਾਣਗੇ। ਸੱਚੀ ਗੱਲ ਪਤਨੀ ਨੂੰ ਕਹਿ ਕੇ ਵੇਖ ਲਓ, ਪਤਨੀ ਰੁੱਸ ਜਾਏਗੀ। ਸੱਚੀ ਗੱਲ ਪਤੀ ਆਪਣੇ ਬੱਚਿਆਂ ਨੂੰ ਕਹਿ, ਉਹ ਰੁੱਸ ਜਾਣਗੇ। ਪਤਨੀ ਪਤੀ ਨੂੰ ਕਹਿ ਦੇਵੇ, ਉਹ ਰੁੱਸ ਜਾਏਗਾ। ਸੱਚੀ ਗੱਲ ਹਰ ਇੱਕ ਨੂੰ ਚੁੱਭਦੀ ਹੈ, ਤੁਸੀਂ ਕਹਿ ਨਹੀਂ ਸਕਦੇ। ਭਗਤ ਜੀ ਕਹਿੰਦੇ ਮੇਰੀ ਪਤ ਨਹੀਂ ਸਮਾਜ ਦੇ ਅੰਦਰ, ਕਿਉਂਕਿ ਹਮ ਅਬ ਤੈ ਆਪਣੀ ਪਤ ਕੋਈ, ਹਮਰੇ ਖੋਜ ਪਰੋ ਮਤ ਕੋਈ। ਜਬ ਹਮ ਏਕੈ ਏਕ ਕਰ ਮਾਨਿਆ, ਤਬ ਲੋਕੈ ਕਾਹੇ ਦੁੱਖ ਮਾਨਿਆ। ਮੈਂ ਤਾਂ ਇੱਕ ਰੱਬ ਨੂੰ ਮੰਨ ਲਿਆ ਨਾ, ਰੱਬ ਇੱਕ ਹੀ ਹੈ, ਤੁਸੀਂ ਕਿਉਂ ਦੁਖੀ ਹੁੰਦੇ ਹੋ। ਮੈਂ ਜਦ ਰੱਬ ਨੂੰ ਇੱਕ ਕਰਕੇ ਮੰਨ ਲਿਆ, ਪਰਮੇਸ਼ਰ ਨੂੰ ਇੱਕ ਕਰਕੇ ਮੰਨਿਆ, ਮੇਰੇ ਵਾਸਤੇ 33 ਕਰੋੜ ਦੇਵੀ ਦੇਵਤੇ ਨਹੀਂ ਹਨ, ਮੇਰੇ ਵਾਸਤੇ ਤਾਂ ਇੱਕ ਅਕਾਲ ਪੁਰਖ ਹੈ। ਜਬ ਹਮ ਏਕੈ ਏਕ ਕਰ ਮਾਨਿਆ, ਤਬ ਲੋਕ ਹੈ ਕਾਹੇ ਦੁੱਖ ਮਾਨਿਆ। ਭਗਤ ਜੀ ਕਹਿੰਦੇ ਫਿਰ ਲੋਕੋ ਤੁਸੀਂ ਕਿਉਂ ਦੁਖੀ ਹੁੰਦੇ ਹੋ। ਇੱਥੇ ਵੀ ਇਹੀ ਕਹਿ ਰਹੇ ਨੇ, ਕਹਿੰਦੇ ਮੈਂ ਵਿਗੜ ਗਿਆ ਹਾਂ, ਮੈਂ ਵਿਗੜਿਓ, ਵਿਗੜੈ ਮਤ ਓਰਾ। ਤੁਸੀਂ ਔਰ ਨਾ ਵਿਗੜ ਜਾਇਓ, ਤੁਸੀਂ ਆਪਣੇ ਆਪ ਦਾ ਖਿਆਲ ਰੱਖੋ, ਧਿਆਨ ਰੱਖੋ। ਜਿਵੇਂ ਮੈਂ ਵਿਗੜਿਆ ਇਸ ਤਰ੍ਹਾਂ ਤੁਸੀਂ ਨਾ ਵਿਗੜ ਜਾਇਓ। ਫਿਰ ਅਗਲੇ ਵਚਨ ਕੀਤੇ, ਵਿਦਿਆ ਨਾ ਪਰੂ ਬਾਦ ਨਹੀਂ ਜਾਨੂ, ਹਰ ਗੁਣ ਕਥਤ ਸੁਨਤ ਬੋਰਾ ਨੂੰ। ਭਗਤ ਜੀ ਕਹਿੰਦੇ ਕਿ ਬਹਿਸਾਂ ਦੀ ਖਾਤਰ ਮੈਂ, ਕਹਿੰਦੇ ਤੁਹਾਡੀ ਬਹਿਸਾਂ ਵਾਲੀ, ਵਾਦ ਵਿਵਾਦ ਵਾਲੀ ਇਹ ਵਿਦਿਆ ਨਹੀਂ ਪੜ੍ਹਦਾ। ਵਿਦਿਆ ਨਾ ਪੜੋ, ਪਾਓ ਤੁਹਾਡੀ ਵਾਲੀ ਵਿਦਿਆ ਨਹੀਂ ਪੜ੍ਹਦਾ, ਜਿਹਦੇ ਵਿੱਚ ਵਾਦ ਵਿਵਾਦ ਹੈ, ਇੱਕ ਦੂਜੇ ਨੂੰ ਨੀਵਾਂ ਵਿਖਾਉਣਾ ਹੈ, ਉਹ ਵਿਦਿਆ ਮੇਰੇ ਕੋਲ ਨਹੀਂ। ਮੈਂ ਉਹ ਵਾਲੀ ਵਿਦਿਆ ਨਹੀਂ ਪੜ੍ਹਦਾ। ਕਹਿੰਦੇ ਵਿਦਿਆ ਨਾ ਪੜੋ ਵਾਦ ਨਹੀਂ ਜਾਣੋ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਨਾ ਹੀ ਮੈਂ ਧਾਰਮਿਕ ਬਹਿਸਾਂ ਕਰਨੀਆਂ ਜਾਣਦਾ ਹੈ, ਪਾਓ ਕਿ ਆਤਮਿਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ ਲਈ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ। ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਹੈ ਵੀ ਆਤਮਿਕ ਜੀਵਨ ਵਾਸਤੇ ਕਿਤੇ ਬਹਿਸ ਕਰਨ ਦੀ ਲੋੜ ਨਹੀਂ ਹੈ, ਉਸਦੇ ਵਾਸਤੇ ਕੋਈ ਧਾਰਮਿਕ ਚਰਚਾ ਦੀ ਲੋੜ ਨਹੀਂ ਹੈ। ਆਤਮਿਕ ਜੀਵਨ ਬਣਾਉਣਾ ਹੈ ਤਾਂ ਇੱਕ ਅਨਪੜ੍ਹ ਬੰਦਾ ਵੀ ਬਣਾ ਸਕਦਾ। ਗੁਰਦੇਵ ਪਿਤਾ ਨੇ ਸਪਸ਼ਟ ਕਿਹਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਉਹ ਪਰਮਗਤੀ ਉੱਚੀ ਅਵਸਥਾ ਹਾਸਲ ਕਰ ਸਕਦਾ, ਕਿਉਂਕਿ ਉੱਚੀ ਅਵਸਥਾ ਜਿਹੜੀ ਹੈ ਕੇਵਲ ਇਹ ਨਹੀਂ ਪਿਆਰ ਵਾਲਿਓ
कि पढ़ लिख के बननी है। उच्ची अवस्था तो यह समझनी भी मैं कोई माड़ा काम नहीं करना, किसी का दिल नहीं दुखाना, किसी का बुरा नहीं करना। तो एक अनपढ़ बंदे के अंदर भी ये विचार आ सकती है, वो भी उच्चा आत्मिक दर्जा हासिल कर सकता है जीवन में। इस वास्ते किसी ज्ञान की लोड़ नहीं, किसी धार्मिक विद्या की भी लोड़ नहीं। भगत कबीर साहब कह रहे हैं, कहते विद्या ना पढ़ो, मैं विद्या नहीं पढ़ता, वाद नहीं जानो, मैं ये धार्मिक बहसां करनियां नहीं जानता, वाद विवाद वाली चर्चा नहीं जानता भी एक दूजे नाल वाद विवाद करो। वैसे भी गुरबाणी कहती है वाद विवाद कौसो ना कीजै, रसना राम रसायन पीजै। भाई किसी नाल वाद विवाद ना कर, अपनी रसना दे नाल परमात्मा दे नाम की सिफत कर, उस मालक का जस गा, क्योंकि वाद विवाद करेगा अंदर तेरा टिकेगा ही नहीं। देखो ना किसी नाल कोई बहस हो जाती है, आपस दे विच किसी नाल कोई एवं फालतू की गलबात हो जाती है, तो साडा मन खड़दा किथे, बंदगी तो हो ही नहीं सकती ना उत्थे। भगत जी कहते मैं उस पासे नहीं जाता। फिर कहना कि हर गुण कथत सुनत बहुरानो, आखन लगे कहते जीवन वास्ते मैं जिथे कि समाज के अंदर संसार विच रहिंदे हां, विद्वता लई मेरे वास्ते कोई थां नहीं। क्यों? मैं तो प्रभु की सिफत सलाह करन सुनन विच मस्त रहिंदा हां, रब की सिफत सुनदा, उहदी सिफत करदा हां, उहदे विच बुराना दा अर्थ मस्त हो जाना। वैसे जीवन का असल जिहड़ा मकसद यही होना चाहिए कि जिन्ना चिर बैठिए मालक की याद विच मस्त हो जाइए। जिहड़ा काम भी तुसीं मस्ती विच करोगे, खुशी नाल करोगे, उस काम दे विच ही तुहानूं राह है। सियाणे कहंदे जिथे चाह उत्थे राह, जे चाह ही नहीं जीवन च ते राह कित्थे बनेगा। जे तुसीं बंदगी करो, पाठ पूजा करो, उन्होंने मस्ती नाल करो, खुशी नाल करो। कोई भी काम है तो जदों तुसीं खुशी नाल करदे हो तो उस दे विच फिर तुसीं लीन हो जाते हो, वो करन लग्गियां भी आनंद आउंदा है। फिर अगले बचन कीते भगत जी ने, कहंदे आप न बोरा राम कीओ बोरा। कहंदे मैं अपने आप इस तरह कमला नहीं होया। लोगो तुसीं सोचदे भी मैं आप बोरा हो गया, ये नाम की जिहड़ी मस्ती है मैनू आप मिल गई? नहीं नहीं नहीं, ये तो अकाल पुरख वाहिगुरू ने दिती है। नाम दे विच कोई आप नहीं जुड़ सकता, ये अकाल पुरख वाहिगुरू जिन्हों जोड़दा वो जुड़ सकता है, मनुख नहीं कर सकता कुछ भी। ताई मरन के कहो मानुख ते क्या होए आवे, जो तिस भावै सोई करावै, इसका हाथ होए तो सब किछ ले, जो तिस भावै सोई करे। जो वाहिगुरू नूं भाउंदा उही बंदा करदा है। इस करके भगत जी कहते लोगो मैं तुहानूं दस देना चाहुंदा, आप ना बोरा राम कीओ बोरा। मैं अपने आप इस तरह कमला नहीं होया, ये तो मैनू मेरे प्रभु ने अपनी भगती विच जोड़ के कमला कर दिता है। अपनी भगती च जोड़ के ना, अपने नाम दे विच जोड़ के मैनू इदां दा कमला बना दिता है। फिर कहन लगे, कहंदे सतगुर जार गयो भरम मोरा। आखन लगे मेरे गुरु ने मेरे भरम मेरे वहम सब साड़ दिते, अंदर कोई ना भरम रह गया ना कोई भटकना रह गई जीवन विचों, ये सारे मेरे गुरु ने साड़ दिते ने जीवन विच। एक गल याद रखियो, जीवन खुशहाली उस दिन होना जिन्ना थोड़े जीवन च कोई भरम नहीं होएगा। दिन चंगा अज माड़ा, अज ये काम नहीं करना, अज ये नहीं करना। जदों इन्हां संस्यां दे जीवन च जीओगे ना तुसीं कदी खुशहाल नहीं हो सकते। और सिੱਖੀ विच सारे दिन इस करके बराबर ने। सिੱਖੀ वास्ते 12 राशियां वो इक्को जिहियां ने। भाई गुरदास जी के बचन ने, कहते गुर सिख संगत मिलाप को प्रताप ऐसो, पत व्रत एक टेक दुविधा निवारी है। सारी दुविधा सिख दूर कर लेंदा जो संगत में आके बहंदा है, गुरु के चरणों में बैठ के बचन सुनता है ना, सिख नूं कोई दुविधा नहीं रहिंदी। पोछत ना ओथित वार कछ, ग्रह आए नक्षत्र की ना शंका उतारी है। कहते वो ना ज्योतिषियां नूं पुछदा है ना थित वार नूं पुछदा है। कोई कहंदा भी दुविधा नक्षत्र चढ़ गया तेरे उत्ते, कोई ग्रह बाहरों हो गया, वो कहता मेरे उत्ते कोई बाहरों नहीं हो सकता, मेरे गुरु के उपर कोई नहीं है। वो किसी की शंका नहीं करता, क्योंकि शंका ही असल में दुख का कारण है। जो बंदा सोचे किसी ने कुछ कर दिता, कराया होना है, पता नहीं मेरे काम नहीं बनते, शायद किसी ने कुछ किया होना, असीं कितने डाउट च जीवने। पर ऐसी गल नहीं, कोई कुछ की कर सकता है। गुरबाणी कहती है, कहते जे तू रब नाल जुड़ गया ना, कोई तेरा की कर सकता है। जे तू रब का प्यारा बन गया, रब नाल सांझ बन गई, तो तेरा कोई की कर सकता है। क्योंकि क्या तू सोचें, क्या तू चितमें, क्या तू करें उपाय, ताको कहो परवा कहो कि जे गोपाल साए।
ਸਾਧੂ ਕਹਿੰਦੇ ਜਿਸ ਦੇ ਉੱਤੇ ਪਰਮਾਤਮਾ ਦਾ ਹੱਥ ਹੈ ਉਹਨੂੰ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਵੀ ਕਿਸੇ ਨੇ ਕੁਝ ਕਰ ਦਿੱਤਾ ਹੋਣਾ। ਉਹ ਕਹਿੰਦਾ ਮੇਰਾ ਅਕਾਲ ਪੁਰਖ ਡਾਢਾ ਹੈ। ਇਹਦਾ ਅਰਥ ਹੈ ਕਿ ਅਸੀਂ ਅਕਾਲ ਪੁਰਖ ਨੂੰ ਡਾਢਾ ਨਹੀਂ ਸਮਝਦੇ, ਅਸੀਂ ਜਿਹਨੂੰ ਮੱਥਾ ਟੇਕਦੇ ਉਹਨੂੰ ਡਾਢਾ ਨਹੀਂ ਸਮਝਦੇ। ਜੇ ਸਮਝ ਲਈਏ ਤੇ ਫਿਰ ਸਾਨੂੰ ਪਰਵਾਹ ਨਹੀਂ। ਵੈਸੇ ਅਸੀਂ ਪੜ੍ਹਦੇ ਹਾਂ ਕਿ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਾਕੇ ਕੋਈ। ਮਾਰਨਾ ਕੇਵਲ ਸਰੀਰ ਕਰਕੇ ਨਹੀਂ, ਅਸੀਂ ਮਾਨਸਿਕ ਤੌਰ ਤੋਂ ਵੀ ਮਰਦੇ ਹਾਂ, ਅਸੀਂ ਅੰਦਰੋਂ ਵੀ ਰੋਜ਼ ਕੁੜਦੇ ਹਾਂ, ਰੋਜ਼ ਮਰਦੇ ਹਾਂ। ਸਾਡੀ ਆਤਮਿਕ ਮੌਤ ਹੁੰਦੀ ਹੈ। ਵੀ ਆਪਾਂ ਸੋਚੀਏ ਨਾ ਕੇਵਲ ਸਰੀਰ ਦੀ ਡੈਥ ਨਹੀਂ, ਸਾਡੇ ਵਿਚਾਰਾਂ ਦੀ ਵੀ ਡੈਥ ਹੁੰਦੀ ਹੈ। ਸ਼ੁਭ ਵਿਚਾਰ ਵੀ ਜੀਵਨ 'ਚ ਸਮਾਪਤ ਹੁੰਦੇ ਨੇ, ਉਹ ਵੀ ਮੌਤ ਹੈ। ਜਦੋਂ ਸਾਡੇ ਸ਼ੁਭ ਵਿਚਾਰ ਮਰ ਜਾਣ, ਚੰਗੇ ਖਿਆਲ ਤੁਹਾਡੇ ਜੀਵਨ 'ਚ ਸਮਾਪਤ ਹੋ ਜਾਣ, ਸਮਝ ਲਓ ਤੁਸੀਂ ਮ੍ਰਿਤਕ ਦੀ ਨਿਆਈ ਹੋ। ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਗੁਰੂ ਨੇ ਬੜਾ ਤਰਸ ਕੀਤਾ। ਸਤਿਗੁਰ ਜਾਰ ਗਇਓ ਬ੍ਰਹਮੋਰਾ। ਸਤਿਗੁਰ ਨੇ ਮੇਰੇ ਕਹਿੰਦੇ ਭਰਮ ਜਿਹੜੇ ਸਨ, ਵਹਿਮ ਜਿਹੜੇ ਸਨ, ਉਹ ਸਾਰੇ ਦੂਰ ਕਰ ਦਿੱਤੇ। ਵਹਿਮ ਕੀ ਹੁੰਦਾ ਦੇਖੋ ਤੁਸੀਂ, ਲੋਕ ਬਾਰ-ਬਾਰ ਹੱਥ ਧੋਣੇ, ਵਹਿਮੀ ਮਨੁੱਖ। ਕੋਈ ਹੋਰ ਗੱਲ ਹੋਣੀ ਉਸਨੇ ਬਾਰ-ਬਾਰ ਕਰੀ ਜਾਣਾ। ਔਰ ਇਹ ਚੀਜ਼ਾਂ ਬੜੀ ਦੁਖਦਾਈ ਹੁੰਦੀਆਂ ਜਦੋਂ ਜੀਵਨ ਵਿੱਚ ਅਸੀਂ ਕਰਦੇ ਹਾਂ। ਔਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਹਨ। ਗੱਲ ਕੁਛ ਵੀ ਨਹੀਂ ਹੈ, ਪਰ ਕਈ ਵਾਰੀ ਲੋਕ ਜਦੋਂ ਇਸ ਕੁਰਾਹੇ ਪੈ ਜਾਂਦੇ, ਇਸ ਮਾਰਗ 'ਤੇ ਪੈ ਜਾਂਦੇ ਨੇ ਤਾਂ ਉਹ ਜੀਵਨ ਵਿੱਚ ਦੁਖੀ ਹੁੰਦੇ ਨੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਇੱਕ ਗੱਲ ਆਖਦੇ ਨੇ, ਸਿੱਖਾਂ ਮੇਰੇ ਉੱਤੇ ਅਕਾਲ ਪੁਰਖ ਨੇ ਤਰਸ ਕੀਤਾ, ਮੈਂ ਹੁਣ ਦੁਵਿਧਾ ਨਾ ਪੜੂੰ ਹਰ ਬਿਨ ਹੋਰ ਨਾ ਪੂਜੂੰ। ਦੁਵਿਧਾ ਨਾ ਪੜੂੰ ਹਰ ਬਿਨ ਹੋਰ ਨਾ ਪੂਜੂੰ, ਮੜੈ ਮਸਾਨਾ ਜਾਈ। ਮੈਂ ਹੁਣ ਦੁਵਿਧਾ ਵਿੱਚ ਪੈਂਦਾ ਹੀ ਕੋਈ ਨਹੀਂ। ਤਿਆਗ ਦੇਈਏ ਜੀਵਨ 'ਚੋਂ ਦੁਵਿਧਾ, ਦੋ ਚਿੱਤੇ ਜੀਵਨ 'ਚੋਂ ਛੱਡ ਦੇਈਏ, ਕਿਉਂਕਿ ਦੋ ਚਿੱਤਾ ਤੁਹਾਡਾ ਵਿਕਾਸ ਨਹੀਂ ਹੋਣ ਦੇਣਗੇ, ਤੁਹਾਡੀ ਤਰੱਕੀ ਵਿੱਚ ਰੁਕਾਵਟ ਹੈ ਦੋ ਚਿੱਤਾ। ਗੁਰਮਤਿ ਕਹਿੰਦੀ ਹੈ ਤੇਰੇ ਜੀਵਨ 'ਚ ਦੋ ਚਿੱਤਾ ਨਹੀਂ ਹੋਣਾ ਚਾਹੀਦਾ, ਤੇਰੇ ਅੰਦਰ ਸੰਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਹਾਰਾਜ ਕਹਿੰਦੇ ਸੰਸਾ ਕਰਕੇ ਮਨ ਮਲੀਨ ਹੋ ਗਿਆ, ਇਹਨੂੰ ਕਿਵੇਂ ਧੋਈਏ? ਗੁਰੂ ਮਹਾਰਾਜ ਕਹਿੰਦੇ ਨੇ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ। ਮਨ ਧੋਵੋ, ਮਨ ਨੂੰ ਸਾਫ਼ ਕਰੋ, ਮਨ ਪਾਓ, ਆਪਣੇ ਫੁਰਨਾਂ ਨੂੰ ਨਿਖਾਰੋ, ਆਪਣੇ ਫੁਰਨੇ ਸਹੀ ਕਰੋ, ਆਪਣੀ ਸੋਚ ਸ਼ਕਤੀ ਸਹੀ ਕਰੋ, ਆਪਣੀ ਵਿਚਾਰ ਸ਼ਕਤੀ ਸਹੀ ਕਰੋ। ਮਨ ਕੀ ਹੈ ਸਾਡਾ? ਵਿਚਾਰਾਂ। ਮਨ ਕੋਈ ਥਿਰ ਚੀਜ਼ ਨਹੀਂ ਹੈ। ਕੋਈ ਤੁਹਾਨੂੰ ਕਵੇ ਅੱਖਾਂ ਦਿਖਾਓ, ਦਿਖਾ ਸਕਦੇ ਹੋ, ਕੰਨ ਵਿਖਾਓ, ਦਿਖਾ ਸਕਦੇ। ਤੁਹਾਨੂੰ ਕੋਈ ਆਖੇ ਮਨ ਦਿਖਾਓ, ਨਹੀਂ ਦਿਖਾ ਸਕਦੇ ਸੀ, ਕਿਉਂਕਿ ਮਨ ਸਰੀਰ ਦਾ ਅੰਗ ਨਹੀਂ ਹੈ, ਇਹ ਵਿਚਾਰਾਂ ਦਾ ਅੰਗ ਹੈ, ਇਹ ਖਿਆਲਾਂ ਦਾ ਅੰਗ ਹੈ, ਇਹ ਸੋਚ ਦਾ ਅੰਗ ਹੈ। ਤੇ ਸੋਚ ਤਾਂ ਦਿਖਾਈ ਨਹੀਂ ਜਾ ਸਕਦੀ, ਸੋਚ ਕੇ ਤਾਂ ਬੋਲ ਕੇ ਪ੍ਰਗਟ ਹੁੰਦੀ, ਉਹਦੇ ਕਰਮਾਂ ਤੋਂ ਪ੍ਰਗਟ ਹੁੰਦੀ। ਕੋਈ ਬੰਦਾ ਤੁਹਾਨੂੰ ਆਖੇ ਇਹ ਫਲਾਣਾ ਬੰਦਾ ਕਿੱਦਾਂ ਦਾ, ਤੇ ਜਿੰਨਾ ਚਿਰ ਉਹ ਬੋਲੇਗਾ ਨਹੀਂ, ਉਹ ਕਰਮ ਨਹੀਂ ਕਰੇਗਾ ਤੁਹਾਡੇ ਸਾਹਮਣੇ, ਤੁਹਾਨੂੰ ਕੁਛ ਨਹੀਂ ਪਤਾ ਲੱਗਣਾ ਕਿੱਦਾਂ ਦਾ। ਪਰ ਜੋ ਸਾਡੇ ਨਾਲ ਉਹ ਬੋਲਦਾ ਹੈ, ਤੁਹਾਡੇ ਸਾਹਮਣੇ ਕੋਈ ਕਰਮ ਕਰਦਾ, ਤੁਸੀਂ ਕਹਿੰਦੇ ਇਸ ਸੋਚ ਦਾ ਧਾਰਨੀ ਹੈ, ਕਿਉਂਕਿ ਪਤਾ ਲੱਗ ਜਾਂਦਾ ਵੀ ਸੋਚ ਇੱਦਾਂ ਦੀ ਹੈ। ਇਸ ਕਰਕੇ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਮੇਰੇ ਤਾਂ ਸਤਿਗੁਰੂ ਨੇ ਸਾਰੇ ਭਰਮ ਜਿਹੜੇ ਸਨ ਉਹ ਸਾੜ ਦਿੱਤੇ ਨੇ। ਫਿਰ ਭਗਤ ਜੀ ਕਹਿੰਦੇ ਨੇ ਮੈਂ ਵਿਗਰੇ ਆਪਣੀ ਪਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਕਹਿੰਦੇ ਜੇ ਮੈਂ ਕੁਰਾਏ ਪਿਆ ਹਾਂ ਤਾਂ ਮੈਂ ਆਪਣੀ ਅਕਲ ਗਵਾ ਲਈ ਹੈ। ਲੋਕੋ ਭਲਾ ਕਿਉਂ ਮੇਰਾ ਇਤਨਾ ਫਿਕਰ ਕਰਦੇ, ਮੈਂ ਆਪਣੀ ਅਕਲ ਗਵਾ ਲਈ, ਤੁਹਾਨੂੰ ਕੀ ਪਰੇਸ਼ਾਨੀ ਹੈ, ਤੁਹਾਨੂੰ ਕਿਉਂ ਚਿੰਤਾ ਹੈ? ਵੀ ਜੇ ਮੈਂ ਰੱਬ ਦੀ ਬੰਦਗੀ 'ਚ ਲੱਗਿਆ ਹਾਂ, ਸ਼ੁਭ ਕਰਮ ਕਰ ਰਿਹਾ ਹਾਂ। ਵੈਸੇ ਅਸੀਂ ਸਮਾਜ 'ਚ ਦੇਖੀਏ ਨਾ, ਜਿਹੜੇ ਚੰਗੇ ਪਾਸੇ ਲੱਗਦੇ ਨੇ, ਕਈ ਵਾਰੀ ਇਹਨਾਂ ਨੂੰ ਲੋਕ ਉਦਾਸ ਕੋਲ ਆਉਂਦੇ ਨੇ, ਬੱਚੇ ਗੁਰਦੁਆਰੇ ਨਾ ਆਉਣ ਕਹਿਣਗੇ ਗੁਰਦੁਆਰੇ ਨਹੀਂ ਆਉਂਦੇ। ਜੇ ਗੁਰਦੁਆਰੇ ਆਉਣ ਨਾ, ਸਵੇਰੇ ਸ਼ਾਮ ਕਥਾ ਸੁਣਨ, ਫਿਰ ਕਹਿਣਗੇ ਗੁਰਦੁਆਰੇ ਬੈਠਾ ਰਹਿ, ਭਾਈ ਬਣ ਜਾ ਉੱਥੇ ਦਾ। ਅਸੀਂ ਜੀਣ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ, ਇਸ ਪਾਸੇ ਲੱਗਣ। ਦੋਸਤ ਸਾਡਾ ਭਾਈ ਬਣ ਜਾ ਤੂੰ, ਤੇ ਗੁਰਦੁਆਰੇ ਜਾ ਕੇ ਉੱਥੇ ਹੀ ਬੈਠ ਜਾਇਆ ਕਰ। ਜੇ ਆਉਂਦਾ ਨਹੀਂ ਫਿਰ ਕਹਿੰਦੇ ਗਿਆਨੀ ਜੀ ਕੁਛ ਬੱਚੇ ਨੂੰ ਸਮਝਾਓ ਵੀ ਆਉਂਦਾ ਨਹੀਂ। ਜੇ ਆਉਂਦਾ ਤੇ ਫਿਰ ਕਹਿੰਦੇ ਗੁਰਦੁਆਰੇ ਹੀ ਬਹਿ ਜਾ ਤੂੰ। ਤੇ ਇਹਦਾ ਅਰਥ ਕਿਤੇ ਨਾ ਕਿਤੇ ਜੇ ਬੱਚਾ ਇਸ ਪਾਸੇ ਤੁਰੇ ਤਾਂ ਵੀ ਸਾਡਾ ਦੋਸ਼ ਹੈ। ਕਿਉਂ? ਕਿਉਂਕਿ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹ ਹਰ ਵੇਲੇ ਗੁਰਦੁਆਰਾ ਬੈਠਾ ਰਹੇ। ਅਸੀਂ ਕਿਉਂਕਿ ਸਾਡੇ ਖਿਆਲ ਤਾਂ ਮਹਿਤਾ ਕਾਲੂ ਜੀ ਵਾਲੇ ਹੀ ਨੇ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਨੇ ਕੀ ਕਮਾਇਆ, ਕਿਤਨਾ ਕੁ ਧਨ ਖੱਟ ਲਿਆ। ਜਦੋਂ ਮਹਾਰਾਜ ਜੀ ਮੋਦੀ ਖਾਨਾ ਚਲਾ ਰਹੇ ਸਨ ਨਾ, ਤੇ ਮਹਿਤਾ ਕਾਲੂ ਜੀ ਪੈਸੇ ਲੈਣ ਵਾਸਤੇ ਗਏ ਵੀ ਪੁੱਤਰ ਬੜੀ ਕਮਾਈ ਕਰ ਲਈ ਹੋਣੀ ਹੈ। ਪਿਤਾ ਜੀ ਕਮਾਈ ਤੇ ਬੜੀ ਕੀਤੀ, ਕਿੱਥੇ ਹੈ? ਕਹਿੰਦੇ ਇੱਧਰੋਂ ਆਈ ਤੇ ਇੱਧਰੋਂ ਚਲੀ ਗਈ। ਇਸ ਕਰਕੇ ਮੋਦੀ ਖਾਣੇ 'ਤੇ ਲਵਾਇਆ ਸੀ। ਬੜੇ ਵਚਨ ਕੀਤੇ ਮਹਾਰਾਜ ਨੂੰ। ਮਹਾਰਾਜ ਮੈਂ ਕੀ ਕਰਾਂ, ਆਉਂਦੀ ਤੇ ਬੜੀ ਹੈ ਪਰ ਚਲੀ ਜਾਂਦੀ ਹੈ।
ਹੁਣ ਉਹ ਇਹ ਵੀ ਨਹੀਂ ਚਾਹੁੰਦੇ ਮਾਤਾ ਪਿਤਾ ਵੀ ਜੋ ਧਨ ਕਮਾਵੇ ਤੇ ਉਹ ਦਾਨ ਪੁੰਨ ਸੇਵਾ ਦੇ ਵਿੱਚ ਲਾ ਦੇਵੇ, ਉਹ ਨਹੀਂ ਚਾਹੁੰਦੇ ਵੀ ਉਸ ਪਾਸੇ ਵੀ ਧਨ ਪਦਾਰਥ ਲੱਗਣੇ ਚਾਹੀਦੇ ਸਾਡੇ। ਤੇ ਅਸੀਂ ਧਰਮ ਹੀ ਚਾਹੁੰਦੇ, ਸਿਰਫ ਲੋਕਾਂ ਦੀ ਨਜ਼ਰ ਵਿੱਚ ਵੀ ਸਾਡਾ ਪੁੱਤਰ ਧਰਮੀ ਹੈ, ਮੱਥਾ ਟੇਕ ਕੇ ਆਉਂਦਾ, ਦੇਖੋ ਗੁਰਦੁਆਰੇ ਜਾਂਦਾ। ਅਸੀਂ ਇਤਨਾ ਕੁ ਧਰਮ ਹੀ ਚਾਹੁੰਦੇ ਆਪਣੇ ਬੱਚਿਆਂ ਨੂੰ ਵੀ ਉਹ ਗੁਰਦੁਆਰਾ ਮੱਥਾ ਟੇਕ ਲੈਂਦਾ ਹੋਵੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਿੰਦਾ ਹੋਵੇ, ਬਸ ਇਤਨਾ ਧਰਮ ਹੀ ਚਾਹੀਦਾ। ਧਰਮ ਨਹੀਂ ਚਾਹੁੰਦੇ ਕਿ ਉਹਨਾਂ ਦੇ ਜੀਵਨ ਨੂੰ ਚੇਂਜ ਕਰੇ। ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਵੇ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਨੇ ਲੋਕਾਂ ਦੀ ਨਜ਼ਰ ਵਿੱਚ ਮੈਂ ਵਿਗੜੇ ਆਪਣੀ ਪਦ ਖੋਈ, ਮੈਂ ਕੁਰਾਏ ਪਏ ਹੋਏ ਨੇ ਆਪਣੀ ਅਕਲ ਗਵਾ ਲਈ ਹੈ, ਮੇਰੇ ਭਰਮ ਭੁੱਲੋ ਮਤ ਕੋਈ। ਆਖਣ ਲੱਗੇ ਤਾਂ ਲੋਕਾਂ ਤੋਂ ਭਲਾ ਇਤਨਾ ਮੇਰਾ ਫਿਕਰ ਕਿਉਂ ਕਰਦੇ ਹੋ, ਪਾਓ ਕਿ ਕੋਈ ਹੋਰ ਦਿਨ ਮੇਰੇ ਵਾਲੇ ਇਸ ਭੁਲੇਖੇ ਵਿੱਚ ਬੇਸ਼ੱਕ ਨਾ ਪਏ। ਮੈਂ ਨਹੀਂ ਕਹਿੰਦਾ ਲੋਕਾਂ ਨੂੰ ਤੁਸੀਂ ਭਗਤੀ ਕਰੋ, ਮੈਂ ਨਹੀਂ ਕਹਿੰਦਾ ਤੁਸੀਂ ਸੱਚ ਬੋਲੋ, ਮੈਂ ਨਹੀਂ ਕਹਿੰਦਾ ਤੁਸੀਂ ਇਸ ਮਾਰਗ 'ਤੇ ਤੁਰੋ, ਮੈਂ ਤੁਹਾਨੂੰ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਵੀ ਮੇਰਾ ਵਾਲਾ ਭਰਮ ਜਿਹੜਾ ਮੈਨੂੰ ਪੈ ਗਿਆ ਨਾ, ਜਿਹੜਾ ਧਰਮ ਮੈਂ ਸਮਝ ਲਿਆ, ਕਿਉਂਕਿ ਜਦੋਂ ਤੁਸੀਂ ਧਰਮ ਨੂੰ ਸਹੀ ਕਰਕੇ ਸਮਝੋਗੇ ਨਾ ਤੇ ਧਰਮ ਦੀ ਵਿਆਖਿਆ ਹੀ ਇਹ ਹੈ। ਮਹਾਰਾਜ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਦੀ ਸਹੀ ਵਿਆਖਿਆ ਹੀ ਇਹ ਹੈ, ਹਰੀ ਪਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ। ਇਸ ਤੋਂ ਉੱਪਰ ਹੋਏ ਕੋਈ ਧਰਮ ਦੀ ਵਿਆਖਿਆ ਨਹੀਂ ਹੈ। ਪਾਓ ਕਿ ਕਰਮ ਵੀ ਕਰਨੇ ਨੇ, ਔਰ ਨਿਰਮਲ ਕਰਮ ਨੂੰ ਕਿਹਾ ਬਾਣੀ ਨੇ। ਉਹ ਠੱਗੀਆਂ ਵਾਲੇ ਕਰਮ ਨਹੀਂ, ਧੋਖਾ ਦੇਣ ਵਾਲੇ ਕਰਮ ਨਹੀਂ, ਇਹਨੂੰ ਸਤਾਨ ਵਾਲੇ ਕਰਮ ਨਹੀਂ। ਕਰਮ ਕਰਨੇ ਨੇ, ਪਰ ਉਹ ਕਰਮ ਜਿਹੜੇ ਕਰਮ ਨਿਰਮਲ ਹੋਣ। ਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ। ਫਿਰ ਅਗਲੀ ਪੰਕਤੀ 'ਚ ਕਹਿਣ ਲੱਗੇ, ਸੋ ਬੋਰਾ ਜੋ ਆਪ ਨਾ ਪਛਾਣੈ। ਭਗਤ ਕਹਿੰਦੇ ਤੁਸੀਂ ਸਾਰੇ ਕਹੇ ਜਾਂਦੇ ਹੋ ਕਬੀਰ ਕਮਲਾ ਹੋ ਗਿਆ, ਕਬੀਰ ਝੱਲਾ ਹੋ ਗਿਆ। ਮੈਂ ਇੱਕ ਗੱਲ ਕਰਾਂ, ਅਸਲ ਵਿੱਚ ਕਹਿੰਦੇ ਸੋ ਬੋਰਾ, ਉਹ ਇਨਸਾਨ ਕਮਲਾ ਹੈ ਕੌਣ, ਜੋ ਆਪ ਨਾ ਪਛਾਣੈ। ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਝੱਲਾ ਹੁੰਦਾ ਹੈ, ਪਰ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਉਹ ਝੱਲਾ ਹੈ, ਪਰ ਝੱਲਾ ਤਾਂ ਉਹ ਬੰਦਾ ਹੈ, ਉਹ ਇਨਸਾਨ ਹੈ ਜਿਹੜਾ ਆਪਣੇ ਅਸਲੇ ਦੀ ਪਹਿਚਾਣ ਨਹੀਂ ਕਰਦਾ। ਤੁਹਾਡੀ ਨਜ਼ਰ ਵਿੱਚ ਕੌਣ ਹੈ ਜਿਹੜਾ ਭਗਤੀ ਕਰਨ ਵਾਲਾ, ਜਿਹੜਾ ਨਾਮ ਜਪਣ ਵਾਲਾ, ਜਿਹੜਾ ਕਰਮ ਕਾਂਡੀ ਨਹੀਂ ਹੈ। ਮੈਨੂੰ ਮਾਫ ਕਰ ਦੇਣਾ, ਧਰਮ ਕਰਮ ਕਾਂਡ ਨਹੀਂ ਹੈ, ਪਰ ਹੌਲੀ ਹੌਲੀ ਧਰਮ ਕਰਮ ਕਾਂਡ ਬਣ ਜਾਣਾ ਸੁਭਾਵਿਕ ਹੈ। ਇੱਕ ਮੈਂ ਗਾਥਾ ਇੱਥੇ ਕਵਾਂ, ਇੱਕ ਬੱਚੀ ਸੀ ਘਰ ਦੇ ਵਿੱਚ ਪਲੀ ਵੱਡੀ ਹੋਈ। ਉਸ ਘਰ ਦੇ ਵਿੱਚ ਜਦੋਂ ਮਾਂ ਨੇ ਨਾ ਰੋਜ਼ ਦਹੀਂ ਦੇ ਵਿੱਚ ਮਧਾਣੀ ਪਾਣੀ ਨਾ, ਤਾਂ ਉਸ ਵੇਲੇ ਕੀ ਕਰਨਾ, ਆਪਣੀ ਬੱਚੀ ਨੂੰ ਕਹਿਣਾ, ਬੇਟਾ ਇੱਕ ਕੰਮ ਕਰ, ਘਰ ਦੇ ਵਿੱਚ ਬਿੱਲੀ ਹੈ ਔਰ ਇਸ ਬਿੱਲੀ ਨੂੰ ਟੋਕਰੀ ਥੱਲੇ ਡੱਕ ਦੇ। ਉਹ ਬੱਚੀ ਛੋਟੀ ਸੀ ਬਿਲਕੁਲ, ਬਿੱਲੀ ਨਾਲ ਖੇਡਦੀ ਸੀ, ਤੇ ਜਦੋਂ ਉਹ ਬਿੱਲੀ ਨੂੰ ਫੜਨ ਜਾਂਦੀ ਸੀ ਬਿੱਲੀ ਵੀ ਖੜ ਜਾਂਦੀ ਸੀ, ਤੇ ਉੱਪਰੋਂ ਟੋਕਰੀ ਰੱਖ ਕੇ ਉੱਪਰੋਂ ਪੱਥਰ ਰੱਖ ਦਿੰਦੀ ਸੀ। ਕਰਦੇ ਕਰਦੇ 18 ਸਾਲ ਹੋ ਗਏ, ਵਿਆਹ ਹੋ ਗਿਆ। ਉਹਨੂੰ ਨਹੀਂ ਪਤਾ ਵੀ ਕਿਉਂ ਇਸ ਤਰ੍ਹਾਂ ਹੁੰਦਾ ਹੈ। ਹੁਣ 18 ਸਾਲ ਲਗਾਤਾਰ ਇੱਕੋ ਹੀ ਕੰਮ ਕਰਦੇ ਰਹੇ ਵੀ ਰੋਜ਼ ਜਦੋਂ ਮਾਂ ਨੇ ਦੁੱਧ ਰਿੜਕਣਾ, ਉਸ ਤੋਂ ਪਹਿਲਾਂ ਜਦੋਂ ਚਾਟੀ ਦੇ ਅੰਦਰ ਪਾਣਾ ਦਹੀਂ ਰਿੜਕਣ ਵਾਸਤੇ, ਤੇ ਰੋਜ਼ ਕਹਿਣਾ, ਬੇਟਾ ਇੱਕ ਕੰਮ ਕਰ, ਜਾ ਕੇ ਨਾ ਵੀ ਉਹ ਬਿੱਲੀ ਫੜ ਕੇ ਟੋਕਰੀ ਥੱਲੇ ਡੱਕ ਦੇ। ਉਹ ਡੱਕ ਦਿੰਦੀ ਸੀ। 18 ਸਾਲ ਹੋ ਗਏ, ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਜਦੋਂ ਸਹੁਰੇ ਘਰ ਵਿੱਚ ਗਈ, ਸੱਸ ਨੇ ਇੱਕ ਦਿਨ ਕਹਿ ਦਿੱਤਾ, ਬੇਟੀ ਇੱਕ ਕੰਮ ਕਰ, ਵੀ ਤੂੰ ਦਹੀਂ ਨੂੰ ਜਾਗ ਲਗਾ ਕੇ ਔਰ ਉਹਨੂੰ ਰਿੜਕਣਾ ਹੈ। ਤੇ ਉਹ ਕਹਿੰਦੀ ਵੀ ਦਹੀਂ ਤਾਂ ਰਿੜਕਿਆ ਜਾਏਗਾ, ਇੱਕ ਗੱਲ ਦੱਸੋ ਬਿੱਲੀ ਕਿੱਥੇ ਹੈ? ਉਹ ਕਹਿੰਦਾ, ਬਿੱਲੀ ਦਾ ਬੇਟੀ ਕੀ ਸੰਬੰਧ ਹੈ ਵੀ ਦੁੱਧ ਰਿੜਕਣ ਦੇ ਵਿੱਚ? ਕਿ ਨਹੀਂ, ਬਿੱਲੀ ਤੋਂ ਬਿਨਾਂ ਜਿੰਨਾ ਚਿਰ ਡੱਕੀਏ ਨਾ ਦੁੱਧ ਨਹੀਂ ਰਿੜਕਿਆ ਜਾ ਸਕਦਾ। ਹੁਣ ਉਹ ਸੱਸ ਜਿਹੜੀ ਸੀ ਹੋਛੀ ਨਹੀਂ ਸੀ, ਬੜੀ ਸੰਤੋਖ ਸਬਰ ਵਾਲੀ ਸੀ। ਕਹਿਣ ਲੱਗੇ, ਕੋਈ ਗੱਲ ਨਹੀਂ, ਸ਼ਾਮੀ ਤੇਰੇ ਘਰ ਚੱਲਾਂਗੇ, ਤੇਰੀ ਮਾਂ ਨੂੰ ਪੁੱਛਾਂਗੇ ਵੀ ਗੱਲ ਕੀ ਹੈ। ਹੁਣ ਜੇ ਕੋਈ ਹੋਛੀ ਹੁੰਦੀ ਤਾਂ ਉੱਥੇ ਲੜਾਈ ਹੋਣੀ ਸੀ। ਉਹਨੇ ਕਹਿਣਾ ਵੀ ਤੂੰ ਮੇਰਾ ਆਖਿਆ ਹੀ ਨਹੀਂ ਮੰਨਿਆ। ਉਹ ਹੁਣ ਸਬਰ ਸੰਤੋਖ ਵਾਲੀ ਸੀ। ਉਹ ਸ਼ਾਮੀ ਗਈ ਤੇ ਕਹਿੰਦੀ, ਭੈਣ ਜੀ ਵੀ ਅੱਜ ਮੈਂ ਨੂੰ ਰਾਣੀ ਨੂੰ ਕਿਹਾ, ਬੇਟੀ ਨੂੰ ਕਿਹਾ ਵੀ ਤੂੰ ਦੁੱਧ ਨੂੰ ਜਾਗ ਲਗਾ ਕੇ ਔਰ ਸਵੇਰੇ ਕਿਹਾ ਵੀ ਤੂੰ ਇਸ ਨੂੰ ਰਿੜਕਣਾ ਹੈ, ਦਹੀਂ ਪਾ ਲੈ। ਤੇ ਇਹ ਕਹਿੰਦੀ ਹੈ ਵੀ ਪਹਿਲਾਂ ਬਿੱਲੀ ਦੱਸੋ ਕਿੱਥੇ ਹੈ? ਜੇ ਘਰ ਵਿੱਚ ਹੈ ਤਾਂ ਠੀਕ ਹੈ, ਨਹੀਂ ਤਾਂ ਗੁਆਂਢੀਆਂ ਦੇ ਘਰ ਹੋਵੇ ਤਾਂ ਵੀ ਦੱਸ ਦਿਓ, ਮੈਨੂੰ ਫੜਨ ਦਾ ਬੜਾ ਅਭਿਆਸ ਹੈ, 18 ਸਾਲ ਬਿੱਲੀ ਫੜਦੀ ਰਹੀ ਹਾਂ ਮੈਂ, ਬੜੇ ਅਭਿਆਸੀ ਹਾਂ ਮੈਂ। ਤੇ ਇਹ ਕਹਿੰਦੀ ਹੈ ਤੇ ਮੈਂ ਚੁੱਪ ਕਰ ਗਈ। ਹੁਣ ਇਹ ਗੱਲ ਦੱਸੋ ਕਿ ਬਿੱਲੀ ਦਾ ਦੁੱਧ ਦੇ ਜਾਗ ਨਾਲ ਉਹਨੂੰ ਰਿੜਕਣ ਨਾਲ ਕੀ ਸੰਬੰਧ ਹੈ? ਕਹਿੰਦੇ, ਭੈਣ ਜੀ ਗੱਲ ਦੀ, ਸਾਡੇ ਘਰ 'ਚ ਸੀ ਬਿੱਲੀ, ਤੇ ਕਿਤੇ ਦੁੱਧ ਵਿੱਚ ਮੂੰਹ ਨਾ ਪਾ ਦੇਵੇ, ਤੇ ਮੈਂ ਕਹਿੰਦੀ ਸੀ ਵੀ ਇਸ ਬਿੱਲੀ ਨੂੰ ਡੱਕ ਦੇ ਟੋਕਰੀ ਥੱਲੇ।
सिर्फ इस करके कि ये दुੱਧ ਨੂੰ जूठा ना कर दे, किते मूँह ना पा देवे। इस करके ये छोटी सी बिल्ली फड़ती सी, टोक दे थल्ले डकदी सी, 18 साल यही काम करती रही। इसने सोचा भी शायद इसका संबंध इस दे नाल। ये भरम साढ़े घरों में भी है, बहुत सारिया चीज़ां। धर्म कोई भरम नहीं होंगे, एक गल याद रखियो। पर अज असी बहुत सारिया चीज़ां भरमां विच जीवने हैं, जिहड़ी क्रिया की लोड़ नहीं। जिवें हुण अखंड पाठ करना जी, जोत जगानी है, वो जोत कोई कर्म कांड नहीं सी। जोत तो लोड़ सी, लाइट नहीं सी, इन्वर्टर नहीं सी, एमरजेंसी नहीं सी। अज तुहाडे कोल 100 साधन ने। पानी रखना घड़े च, भी पानी हुण तुहाडे कोल घर विच 15 टूटियां लगियां ने। वो सियाणे बनो, किते मत नूं अकल नूं हथ मारो, किते भी आपां किस पासे तुरे होए हां। नहीं जी, घड़ा रखना ही है। फिर कहते नहीं जी नारियल भी रखना है, कुंभ भी रखना है, वो की नाम है, खोपा भी रखना है। नारियल रखते जिहड़ा हुण कोई उन्होंने आखे भी अज नारियल की उदों लोड़ सी जदों लोकां कोल कीमती बदाम नहीं सी हुंदे। साडे कोल बदाम घर विच पए ने, होर कितनी खाण दीयां चीज़ां पईयां ने। तुसीं पाठी सिंगां नूं जे छकाणीआं वो छकाओ। गिरी तो केवल इस वास्ते ही सी ना भी पाठी सिंह उठेगा, गला सुक जाता, 2 घंटे बोल के छक लएगा, तो गले में तरी मिलेगी। बस इतनी गल सी ना। साढ़े कोल बहुत साधन ने, पर असी कित्थे कर्म कांडां विच चले गए। इनू कहंदे भरम, इनू कहंदे भटकना। क्यों? क्योंकि असी अपने आप नूं पहचानिया नहीं। भगत कबीर कहंदे तुसीं कहंदे हो भी बंदगी करन वाला मनुख झल्ला हुंदा है, पर मैं तुहानूं दस दिंदा झल्ला वो मनुख है। कहंदे ने सो बोरा जो आप ना पछाणै, जिहड़ा अपने असले की पहचान नहीं करदा, वो झल्ला है। क्योंकि मन तो जोत स्वरूप है, अपना मूल पछाण। मन हर जी तेरे नाल है, गुरमति रंगमान। आपां गुरु की मत लैके गुरु का प्रेम मानना है। अपने आप की पहचान नहीं करते। माफ़ करना, असी कमले ही हाँ, असी झल्ले ही हाँ, असी बोरे ही हाँ। अपने आप को नहीं पहचानते। कुछ शब्द तुसी पढ़ते हो, माया ममता मोहनी जिन बिन दंतां जग खाया, मनमुख खादे गुरमुख उबरे, जिन्हें सच नाम चितलाया। मार करने बिन नामै जग कमला फिरै, गुरमुख नदरी आया। तंदा करत्यां नेफल जन्म गवाया, सुख दाता मन न वसाया। नानक नाम तिना को मिलया, जिनको तुर लिख पाया। नाम तो बिना गुरसिखो कमले ही हाँ। भगत जी कहते ने सो बोरा जो आप ना पछाणै, आप पछाणै ता एक कह जाणै। आखन लगे जेड़ा मनुख अपने आप नूं पहचानदा है ते हर थां ते एक परमात्मा नूं वसदा जानदा है, असल विच ओही प्रवान है ते ओ झल्ला है जिन्हें अपने आप की ते अपने प्रभु की अपने असले की पहचान नहीं की। देखो जदों तक सानू अपनी आत्मा की अपनी इस होंद की ते उस निरंकार की आपस में पहचान नहीं होनी ना, उन्ना चिर साडे जीवन में तुसी सुख लभण का यतन करो, सुख नहीं मिलेगा। सहूलतां होणगियां, उन्होंने सुख समझी जाओ तो तुहाडा भुलेखा हो सकता। ਜਿਹੜੇ सहूलतां ने ना भी मकान वधिया, गड्डी वधिया, पैसे 4 है, कपड़े वधिया पाते हैं, तुसीं उन्होंने जे कहो भी सुख है तो वह है सहूलत है। सुख का नाम ही तो होर है। सुख तो वो अवस्था है जिहदे दुख भी आ जाए तां भी सुख है, जिहदे खुशी गम सारिया चीज़ां हर एक चीज़ एक बराबर, इत्थे जन्म मरण एक बराबर हो जाए, उन्होंने गुरबाणी ने सुख कहा। क्योंकि जिस सुख ते ब्रह्म महेश डराना, सो सुख हमो साज कर जाना। बड़े बड़े देवते जिन्होंने सुखां तो डरते रहे, उन्होंने सच समझी बैठे सी, वो सुख नहीं है। फिर भगत जी लास्ट पंक्तियां कह रहे हैं, अवै न माता सो कबहू न माता। माता का अर्थ होंदा है मत्या जाना। जिहड़ा ये मनुखा जीवन विच परमात्मा के नाम विच मस्त नहीं होया ना, वो कदी नहीं हो सकता। उन्होंने होर जन्म नहीं कोई मिलना मस्त होने वास्ते। ये मनुखा जीवन है कि जो असी नाम नाल जुड़ के मस्त हो सकते हैं। ऐसी मस्ती कि जो लोगों की परवाही ना रहे समाज के, कौन की कहेगा। सानू परवाह नहीं होनी चाहिए। असी सच नूं प्रवान करिए, असी सच दे धारनी होइए। कहते अवै न माता सो कबह न माता, कह कबीर राम मैं रंग राता। भगत कबीर साहब कहते हैं जिहड़ा हुण नहीं परमात्मा दे नाल जुड़िया, हुण नहीं मस्त होया, वो कदी भी परमात्मा दे नाल नहीं जुड़ सकता, वाहिगुरू दे नाल सांझ नहीं बन सकती। कबीर साहब कहते ने, कहते मैं हुण परमात्मा दे नाम रंग विच रंगीज गया हाँ, ते मैं जीवन विच ऐसा बन गया हाँ कि जिथे कि आनंद खेड़ा जीवन च प्राप्त हो गया है। आओ कि प्रभु प्यार विच रंगीज के जो मनुख इस जीवन विच मतवाला नहीं बनता, वो कदे भी नहीं बन सकता। वो जीवन अजाई गवा लेंदा है, उसका जीवन तो रैन गवाई सोए कै, दिवस गवाया खाए, हीरे जैसा जन्म है
ਕੋਡੀ ਬਦਲੇ ਜਾਏ। ਇਸ ਕਰਕੇ ਆਤਮਿਕ ਜੀਵਨ ਵਾਸਤੇ ਇੱਕ ਤਾਂ ਚੁੰਝ ਗਿਆਨ ਦੀ ਲੋੜ ਨਹੀਂ ਹੈ। ਦਿਲੋਂ ਜੁੜ ਕੇ ਮਾਲਕ ਦੇ ਚਰਨਾਂ ਨਾਲ ਜੁੜੀਏ। ਚੁੰਝ ਗਿਆਨ ਦੇ ਨਾਲ ਜੀਵਨ ਸਫਲਾ ਨਹੀਂ ਹੁੰਦਾ। ਅਸਲੀ ਲੋੜ ਹੈ ਮਨੁੱਖ ਆਪਣੇ ਅਸਲੇ ਨੂੰ ਪਹਿਚਾਣ ਕੇ ਪਰਮਾਤਮਾ ਦੀ ਭਗਤੀ ਕਰੇ, ਆਪਣੇ ਆਪ ਨੂੰ ਪਹਿਚਾਣੇ ਵੀ ਮੈਂ ਕੀ ਹਾਂ, ਮੈਂ ਕਿਸ ਵਾਸਤੇ ਆਇਆ, ਮੈਨੂੰ ਮਨੁੱਖਾ ਜੀਵਨ ਮਿਲਿਆ, ਮੇਰੇ ਆਪਣੇ ਫਰਜ਼ ਕੀ ਨੇ। ਇਹ ਸਾਨੂੰ ਸਾਰਿਆਂ ਨੂੰ ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਰੋਜ਼ ਪੜ੍ਹਦੇ ਹਾਂ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਹੁਜਲ ਤਰਨ ਕੈ। ਸਰੰਜਾਮ ਦਾ ਅਰਥ ਹੁੰਦਾ ਇੰਤਜ਼ਾਮ 'ਚ ਲੱਗਣਾ। ਸਰੰਜਾਮ ਲਾਗ ਪਹੁਜਲ ਤਰਨ ਕੈ। ਮਾਲਕ ਨੇ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗ ਵਿੱਚ ਜਨਮ ਬਿਰਥਾ ਜਾ ਰਿਹਾ, ਉਹਦੀ ਥਾਂ 'ਤੇ ਨਾਮ ਰੰਗ ਪੈਦਾ ਕਰੀਏ, ਕਿਉਂਕਿ ਨਾਮ ਰੰਗ ਕਦੇ ਉਤਰ ਨਾ ਜਾਏ। ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਨਾ, ਆਰੇ ਥੱਲੇ ਵੀ ਨਹੀਂ ਉਤਰਿਆ। ਪ੍ਰੇਮ ਦਾ ਰੰਗ ਇੱਦਾਂ ਦਾ ਹੁੰਦਾ। ਭਗਤ ਕਬੀਰ ਸਾਹਿਬ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਆਪਣੇ ਆਪ ਨੂੰ ਤੁਸੀਂ ਮਾਲਕ ਦੀ ਬੰਦਗੀ ਵਿੱਚ ਲਾ ਕੇ ਔਰ ਆਪਣੇ ਜੀਵਨ ਨੂੰ ਮਸਤ ਕਰ ਲਓ। ਸੰਸਾਰ ਕੀ ਕਹਿੰਦਾ ਹੈ, ਸੰਸਾਰ ਦੀ ਪਰਵਾਹ ਕਰਨ ਦੀ ਲੋੜ ਤੁਹਾਨੂੰ ਨਹੀਂ ਹੈ। ਇਤਨੀਆਂ ਬੇਨਤੀਆਂ ਪ੍ਰਵਾਨ। ਆਪ ਸਾਰਿਆਂ ਦਾ ਬਹੁਤ ਧੰਨਵਾਦ ਜੀ। ਆਇਆਂ ਨੂੰ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰਦੇ ਹਾਂ। ਗੁਰੂ ਸਾਹਿਬ ਜੀ ਦੇ ਵਿਚਾਰ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ